जरा सोचो, फ्यूचर ਵਿੱਚ ਪ੍ਰਿਥਵੀ ਨੂੰ ਤਬਾਹੀ ਤੋਂ ਬਚਾਉਣ ਦੇ ਲਈ ਸਾਇੰਟਿਸਟ ਇੱਕ ਪਲਾਨ ਬਣਾਉਣ ਜਿਹਦੇ ਵਿੱਚ ਪੂਰੀ ਧਰਤੀ ਨੂੰ ਹੀ ਇੱਕ ਨਵੇਂ ਸੂਰਜ ਦੇ ਕੋਲ ਲੈ ਕੇ ਜਾਇਆ ਜਾਵੇ। ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ ਸਾਡੀ ਅੱਜ ਦੀ ਕਹਾਣੀ ਵਿੱਚ। ਕਹਾਣੀ ਦੀ ਸ਼ੁਰੂਆਤ ਹੁੰਦੀ ਆ ਸਾਲ 2061 ਵਿੱਚ। ਸੂਰਜ ਬਹੁਤ ਹੀ ਜ਼ਿਆਦਾ ਤਪ ਰਿਹਾ ਹੈ ਤੇ ਜਲਦ ਹੀ ਉਸ ਦੇ ਟੁਕੜੇ-ਟੁਕੜੇ ਹੋ ਜਾਣਗੇ, ਜਿਸ ਕਾਰਨ 100 ਸਾਲ ਦੇ ਅੰਦਰ ਪੂਰੀ ਧਰਤੀ ਦਾ ਵੀ ਸਰਵਨਾਸ਼ ਹੋ ਜਾਵੇਗਾ। ਪ੍ਰਿਥਵੀ ਨੂੰ ਇਸ ਤਬਾਹੀ ਤੋਂ ਬਚਾਉਣ ਦੇ ਲਈ ਸਾਰੀ ਦੁਨੀਆ ਨੇ ਆਪਣੀ ਆਪਸੀ ਲੜਾਈਆਂ ਖਤਮ ਕਰ ਦਿੱਤੀਆਂ ਤੇ ਸਾਰੇ ਦੇਸ਼ਾਂ ਨੇ ਮਿਲ ਕੇ ਯੂਨਾਈਟਿਡ ਅਰਥ ਗਵਰਨਮੈਂਟ यानी कि UEG ਦਾ ਨਿਰਮਾਣ ਕੀਤਾ। ਉਦੋਂ ਤੋਂ ਹੀ UEG ਨੇ ਵਾਂਡਰਿੰਗ ਅਰਥ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹ ਧਰਤੀ ਨੂੰ ਇੱਕ ਨਵੇਂ ਸੋਲਰ ਸਿਸਟਮ ਦੇ ਵਿੱਚ ਲੈ ਕੇ ਜਾਣਗੇ। ਇਹ ਸੋਲਰ ਸਿਸਟਮ ਕਾਫੀ ਦੂਰ ਹੈ ਤੇ ਧਰਤੀ ਨੂੰ ਉੱਥੇ ਪਹੁੰਚਣ ਦੇ ਲਈ ਘੱਟ ਤੋਂ ਘੱਟ 20 ਸਾਲ ਲੱਗਣਗੇ। ਉੱਥੇ ਜਾਣ ਦੇ ਲਈ ਧਰਤੀ ਵਿੱਚ ਪੂਰੇ 12,000 ਅਰਥ ਇੰਜਨ ਲਗਾਏ ਗਏ ਸੀ। ਲਿਓ ਨਾਮ ਦਾ ਇੱਕ ਚਾਈਨੀਜ਼ ਐਸਟਰੋਨੌਟ ਧਰਤੀ ਦੇ ਨਵੇਂ ਰਸਤੇ ਦੀ ਨਿਗਰਾਨੀ ਕਰ ਰਿਹਾ ਸੀ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਲਿਓ ਆਪਣੇ ਅਗਲੇ ਮਿਸ਼ਨ ਦੇ ਲਈ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤਰਫ ਨਿਕਲ ਪੈਂਦਾ ਹੈ। ਉਸਦਾ ਬੇਟਾ ਕਿਊਈ ਤੇ ਬੇਟੀ ਹਾਨ ਧਰਤੀ ਤੇ ਹੀ ਸੀ। ਲਿਓ ਦਾ ਮਿਸ਼ਨ ਸੀ ਕਿ ਧਰਤੀ ਨੂੰ ਸਹੀ ਤਰੀਕੇ ਨਵੇਂ ਰਾਸਤੇ ਤੇ ਬਣਾਈ ਰੱਖਣਾ। ਕਈ ਸਾਲ ਬੀਤ ਜਾਂਦੇ ਨੇ ਤੇ ਹੁਣ ਕਈ ਲੋਕ ਪ੍ਰਾਕਿਰਤਿਕ ਆਪਦਾਵਾਂ ਦੇ ਕਾਰਨ ਮਾਰੇ ਜਾਂਦੇ ਨੇ। ਹੁਣ ਧਰਤੀ ਦਾ ਘੁੰਮਣਾ ਬੰਦ ਹੋ ਗਿਆ ਸੀ, ਜਿਸ ਦੀ ਵਜ੍ਹਾ ਨਾਲ ਸੁਨਾਮੀਆਂ ਨੇ ਤਬਾਹੀ ਮਚਾ ਰੱਖੀ ਸੀ ਤੇ ਨਾਲ ਹੀ ਸੂਰਜ ਤੋਂ ਦੂਰ ਹੋਣ ਦੀ ਕਾਰਨ ਪ੍ਰਿਥਵੀ ਦੀ ਪੂਰੀ ਸਤ੍ਹਾ ਬਰਫ਼ ਵਿੱਚ ਜੰਮ ਚੁੱਕੀ ਸੀ, ਜਿਸ ਕਾਰਨ ਬਚੇ ਹੋਏ ਇਨਸਾਨ ਧਰਤੀ ਦੇ ਅੰਦਰ ਬਣੇ ਸ਼ਹਿਰਾਂ ਵਿੱਚ ਰਹਿ ਰਹੇ ਸੀ। 17 ਸਾਲ ਬਾਅਦ 2078 ਵਿੱਚ ਲਿਊਈ ਤੇ ਉਸਦੇ ਕਲੀਗਸ ਸਪੇਸ ਸਟੇਸ਼ਨ ਵਿੱਚ ਆਪਣਾ ਕੰਮ ਖਤਮ ਕਰਕੇ ਧਰਤੀ ਉੱਤੇ ਵਾਪਸ ਜਾਣ ਦੀ ਤਿਆਰੀ ਵਿੱਚ ਸੀ। ਉਸਦਾ ਬੇਟਾ ਕਿਊਈ ਹੁਣ ਨੌਜਵਾਨ ਹੋ ਚੁੱਕਿਆ ਹੈ ਤੇ ਹੈਵੀ ਟਰੱਕਸ ਠੀਕ ਕਰਨ ਦਾ ਕੰਮ ਕਰਦਾ ਹੈ, ਕਿਉਂਕਿ ਬਾਕੀ ਇਨਸਾਨਾਂ ਦੀ ਤਰ੍ਹਾਂ ਉਹ ਵੀ ਧਰਤੀ ਦੇ ਅੰਦਰ ਬਣੇ ਸ਼ਹਿਰਾਂ ਵਿੱਚ ਰਹਿੰਦਾ ਹੈ। ਇਸ ਲਈ ਉਸਨੇ ਧਰਤੀ ਦੇ ਉੱਤੇ ਦਾ ਨਜ਼ਾਰਾ ਕਦੀ ਦੇਖਿਆ ਹੀ ਨਹੀਂ ਸੀ। ਉਹ ਬੜੀ ਸ਼ਿੱਦਤ ਦੇ ਨਾਲ ਬਾਹਰ ਜਾਣਾ ਚਾਹੁੰਦਾ ਸੀ, ਪਰ ਮੌਜੂਦਾ ਹਾਲਾਤਾਂ ਦੇ ਵਿੱਚ ਐਸਾ ਮੁਮਕਿਨ ਨਹੀਂ ਸੀ। ਪਰ ਇੱਕ ਦਿਨ ਉਹ ਫੈਸਲਾ ਕਰਦਾ ਹੈ ਕਿ ਬਾਹਰ ਤੇ ਉਹ ਜਾ ਕੇ ਰਹੇਗਾ। ਉਸਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ 2 ਥਰਮਲ ਸੂਟਸ ਤੇ ਇੱਕ ਫੇਕ ਆਈਡੀ ਚੁਰਾ ਲਿੱਤੀ। ਉਸਦੀ ਭੈਣ ਹਾਨ ਵੀ ਉਸਦੇ ਨਾਲ ਸੀ, ਜਿਸਨੇ ਕਿ ਬੜੀ ਚਲਾਕੀ ਦੇ ਨਾਲ ਆਪਣੇ ਦਾਦਾ ਜ਼ੈਂਗ ਦੀ ਟਰੱਕ ਦੀ ਚਾਬੀ ਤੇ ਕਲੀਅਰੈਂਸ ਪਾਸ ਕੱਢ ਲਿੱਤਾ। ਜ਼ੈਂਗ ਵੀ ਇੱਕ ਵਾਂਡਰਿੰਗ ਅਰਥ ਪ੍ਰੋਜੈਕਟ ਦਾ ਇੱਕ ਟਰੱਕ ਡਰਾਈਵਰ ਸੀ ਤੇ ਦੂਸਰੀ ਤਰਫ ਕਿਊਈ ਤੇ ਹਾਨ ਜਦੋਂ ਉੱਤੇ ਪਹੁੰਚੇ ਤੇ ਅਰਥ ਇੰਜਨਸ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ। ਇੰਨਾ ਵੱਡਾ ਇੰਜਨ ਉਹਨਾਂ ਨੇ ਅੱਜ ਤੱਕ ਨਹੀਂ ਦੇਖਿਆ ਸੀ ਤੇ ਇਦਾਂ ਦੇ ਹੀ 12,000 ਇੰਜਨ ਪੂਰੀ ਧਰਤੀ ਉੱਤੇ ਮੌਜੂਦ ਸੀ। ਉਹ ਦੋਨੋਂ ਆਪਣੇ ਦਾਦੇ ਦੀ ਟਰੱਕ ਵਿੱਚ ਬੈਠ ਜਾਂਦੇ ਨੇ। ਕਿਊਈ ਨੂੰ ਟਰੱਕ ਕੁਝ ਖਾਸ ਚਲਾਉਣਾ ਤੇ ਆਂਦਾ ਨਹੀਂ ਸੀ, ਪਰ ਥੋੜੀ ਕੋਸ਼ਿਸ਼ ਨਾਲ ਉਹ ਉਸ ਨੂੰ ਕੰਟਰੋਲ ਕਰ ਲੈਂਦਾ ਹੈ। ਪਰ ਕੁਝ ਹੀ ਦੇਰ ਬਾਅਦ ਉਹ ਚੈੱਕ ਪੁਆਇੰਟ ਤੇ ਫੜੇ ਗਏ ਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜਦੋਂ ਉਹਨਾਂ ਦੇ ਦਾਦਾ ਜੀ ਜ਼ੈਂਗ ਨੂੰ ਪਤਾ ਚੱਲਿਆ ਤੇ ਉਹ ਉਹਨਾਂ ਨੂੰ ਬਚਾਉਣ ਲਈ ਪਹੁੰਚਦਾ ਹੈ, ਪਰ ਪੁਲਿਸ ਵਾਲੇ ਨੂੰ ਰਿਸ਼ਵਤ ਆਫਰ ਕਰਨ ਦੇ ਲਈ ਉਸ ਨੂੰ ਵੀ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਅੱਜ ਦੇ ਦਿਨ ਧਰਤੀ ਯੂਪੀਟਰ ਦੇ ਕੋਲੋਂ ਨਿਕਲ ਕੇ ਇੱਕ ਨਵੇਂ ਸੋਲਰ ਸਿਸਟਮ ਦੇ ਵਿੱਚ ਜਾਣ ਵਾਲੀ ਸੀ। ਪ੍ਰਿਥਵੀ ਯੂਪੀਟਰ ਦੀ ਗ੍ਰੈਵਿਟੀ ਦਾ ਇਸਤੇਮਾਲ ਕਰਨ ਵਾਲੀ ਸੀ, ਪਰ ਅਚਾਨਕ ਹੀ ਯੂਪੀਟਰ ਦੀ ਗ੍ਰੈਵਿਟੀ ਵਿੱਚ ਗੜਬੜ ਹੋਣ ਲੱਗ ਪੈਂਦੀ ਹੈ, ਜਿਸ ਕਾਰਨ ਧਰਤੀ ਉੱਤੇ ਭੂਚਾਲਾਂ ਦੇ ਨਾਲ ਤਬਾਹੀ ਮਚ ਗਈ ਤੇ ਕਈ ਸਾਰੇ ਅਰਥ ਇੰਜਨਸ ਵੀ ਬੰਦ ਹੋ ਗਏ। ਜ਼ਮੀਨ ਦੇ ਥੱਲੇ ਦੱਬੇ ਕਈ ਸ਼ਹਿਰ ਤਬਾਹ ਹੋ ਗਏ। ਹੁਣ ਯੂਪੀਟਰ ਆਪਣੀ ਗੁਰੂਤਵਾਕਰਸ਼ਣ ਸ਼ਕਤੀ ਦੇ ਨਾਲ ਪ੍ਰਿਥਵੀ ਨੂੰ ਬੜੀ ਤੇਜ਼ੀ ਨਾਲ ਆਪਣੇ ਵੱਲ ਖਿੱਚ ਰਿਹਾ ਸੀ, ਜਿਸ ਦਾ ਸਿੱਧਾ ਮਤਲਬ ਇਹ ਸੀ ਕਿ ਜਲਦ ਹੀ ਦੋਨੋਂ ਗ੍ਰਹਿ ਇੱਕ ਦੂਜੇ ਦੇ ਨਾਲ ਟਕਰਾ ਜਾਵਣਗੇ। ਉਧਰ ਕਿਊਈ ਹਾਨ ਤੇ ਉਸਦੇ ਦਾਦਾ ਜੀ ਇੱਕ ਕੈਦੀ ਟੀਮ ਦੇ ਨਾਲ ਮਿਲ ਕੇ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਬਾਹਰ ਨਿਕਲ ਕੇ ਜ਼ੈਂਗ ਨੇ ਆਪਣਾ ਟਰੱਕ ਲੱਭਿਆ ਤੇ ਸਾਰਿਆਂ ਨੂੰ ਨਾਲ ਲੈ ਕੇ ਬਿਲਡਿੰਗਸ ਤੇ ਪੱਥਰ ਤੋਂ ਬਚਦੇ ਹੋਏ ਦੂਸਰੀ ਅੰਡਰਗਰਾਉਂਡ ਸਿਟੀ ਦੀ ਵੱਲ ਵਧਣ ਲੱਗ ਪਿਆ। ਦੂਸਰੀ ਤਰਫ ਲਿਊਈ ਦਾ ਸਪੇਸ ਕ੍ਰਾਫਟ ਧਰਤੀ ਵੱਲ ਵਾਪਸ ਆਉਣ ਹੀ ਵਾਲਾ ਸੀ ਤੇ ਨਾਲ ਹੀ ਮੇਨ ਕੰਪਿਊਟਰ ਮੋਸ ਕਹਿੰਦਾ ਹੈ ਸਪੇਸ ਸਟੇਸ਼ਨ ਲੋ ਐਨਰਜੀ ਮੋਡ ਵਿੱਚ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਹਾਈਪਰਨੇਸ਼ਨ ਵਿੱਚ ਜਾਣਾ ਪਵੇਗਾ। ਲੇਕਿਨ ਲਿਊਈ ਆਪਣੇ ਪਰਿਵਾਰ ਨਾਲ ਮਿਲਣਾ ਚਾਹੁੰਦਾ ਸੀ। ਜਦੋਂ ਉਸਨੇ ਆਪਣੇ ਪਿਤਾ ਨੂੰ ਕਾਲ ਕੀਤੀ ਤੇ ਉਸਨੂੰ ਜੇਲ੍ਹ ਵਾਲੇ ਕਾਂਡ ਤੇ ਧਰਤੀ ਦੀ ਤਬਾਹੀ ਬਾਰੇ ਪਤਾ ਚੱਲਿਆ। ਉਸਨੇ ਉਹਨਾਂ ਨੂੰ ਲਾਗੇ ਵਾਲੇ ਇੱਕ ਬੰਕਰ ਦਾ ਰਸਤਾ ਦੱਸਿਆ, ਜਿਸ ਤੋਂ ਬਾਅਦ ਉਹ ਹਾਈਪਰਨੇਸ਼ਨ ਵਿੱਚ ਜਾਣ ਦੀ ਤਿਆਰੀ ਕਰਨ ਲੱਗ ਪਿਆ। ਉਧਰ ਜ਼ੈਂਗ ਦੇ ਟਰੱਕ ਨੂੰ ਚਾਈਨੀਜ਼ ਸਿਪਾਹੀਆਂ ਦੀ ਰੈਸਕਿਊ ਟੀਮ ਨੇ ਰੋਕ ਲਿੱਤਾ। ਉਹਨਾਂ ਦੇ ਕੈਪਟਨ ਵੈਂਗ ਲੀ ਨੇ ਆਰਡਰ ਦਿੱਤਾ ਕਿ ਉਹਨਾਂ ਨੂੰ ਆਪਣੇ ਟਰੱਕ ਵਿੱਚ ਲਾਈਟਰ ਕੋਰ ਨਾਮ ਦਾ ਫਿਊਲ ਨੂੰ ਲੈ ਕੇ ਜਾਣਾ ਪਵੇਗਾ, ਜਿਹਦੇ ਨਾਲ ਬੰਦ ਪਏ ਅਰਥ ਇੰਜਨਸ ਨੂੰ ਫਿਰ ਤੋਂ ਚਲਾਇਆ ਜਾ ਸਕਦਾ ਹੈ। ਮਜਬੂਰੀ ਵਿੱਚ ਜ਼ੈਂਗ ਨੂੰ ਮੰਨਣਾ ਪਿਆ। ਜਲਦ ਹੀ ਇਸ ਗੱਲ ਦਾ ਲਿਊਈ ਨੂੰ ਪਤਾ ਚੱਲ ਗਿਆ ਤੇ ਉਸਨੇ ਕੈਪਟਨ ਵੈਂਗ ਲੀ ਨੂੰ ਕਿਹਾ ਕਿ ਉਸਦੇ ਪਰਿਵਾਰ ਨੂੰ ਬੰਕਰ ਵਿੱਚ ਜਾਣ ਦੇਵੇ, ਪਰ ਕੈਪਟਨ ਨੇ ਉਸਦੀ ਗੱਲ ਨਾ ਮੰਨਦੇ ਹੋਏ ਸਾਫ਼ ਸਿੱਧੇ ਤੌਰ ਤੇ ਕਿਹਾ ਕਿ ਮਿਸ਼ਨ ਪੂਰਾ ਹੋਣ ਦੇ ਬਾਅਦ ਹੀ ਉਹ ਉਸਦੇ ਪਰਿਵਾਰ ਨੂੰ ਜਾਣ ਦੇਵੇਗਾ। ਹੁਣ ਜ਼ੈਂਗ ਦੇ ਕੋਲ ਕੋਈ ਚਾਰਾ ਨਹੀਂ ਸੀ ਤੇ ਉਹ ਉਹਨਾਂ ਨੂੰ ਸ਼ੈਂਘਾਈ ਲੈ ਗਿਆ। ਇਹ ਸ਼ਹਿਰ ਹੁਣ ਪੂਰਾ ਦਾ ਪੂਰਾ ਬਰਫ਼ ਵਿੱਚ ਜੰਮ ਚੁੱਕਿਆ ਸੀ। ਫਲੈਸ਼ਬੈਕ ਵਿੱਚ ਦਿਖਾਇਆ ਜਾਂਦਾ ਹੈ ਕਿ ਕਈ ਸਾਲਾਂ ਪਹਿਲੇ ਸ਼ੰਘਾਈ ਵਿੱਚ ਬਹੁਤ ਜ਼ਬਰਦਸਤ ਸੁਨਾਮੀ ਆਈ ਸੀ ਤੇ ਪੂਰਾ ਸ਼ਹਿਰ ਪਾਣੀ ਨਾਲ ਭਰ ਗਿਆ ਸੀ ਤੇ ਕਿਊਈ ਦੀ ਭੈਣ ਹਾਨ ਉਹਨਾਂ ਨੂੰ ਉੱਥੇ ਹੀ ਮਿਲੀ ਸੀ। ਉਦੋਂ ਜ਼ੈਂਗ ਨੇ ਉਹਨੂੰ ਗੋਦ ਲੈ ਲਿੱਤਾ ਸੀ। ਕਹਾਣੀ ਦੱਸਦੇ ਹੋਏ ਅਚਾਨਕ ਹੀ ਭੂਚਾਲ ਆ ਗਿਆ ਤੇ ਦੋਨੇ ਪਾਸਿਓਂ ਬਰਫ਼ ਦੇ ਪੱਥਰ ਡਿੱਗਣ ਲੱਗ ਪਏ ਤੇ ਸਾਰੇ ਜਾਣੇ ਟਰੱਕ ਵਿੱਚੋਂ ਬਾਹਰ ਆ ਕੇ ਸ਼ੰਘਾਈ ਦੀ ਸਭ ਤੋਂ ਵੱਡੀ ਬਿਲਡਿੰਗ ਦੇ ਵੱਲ ਭੱਜੇ। ਪਰ ਇਹ ਤੇ ਸਿਰਫ ਤਬਾਹੀ ਦੀ ਸ਼ੁਰੂਆਤ ਸੀ ਤੇ ਜਦੋਂ ਉਹ ਬਿਲਡਿੰਗ ਦੇ ਉੱਪਰ ਚੜ ਰਹੇ ਸੀ ਤੇ ਆਸੇ-ਪਾਸੇ ਸਭ ਕੁਝ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਿਆ।
ਉਹਨਾਂ ਨੇ ਲਾਈਟਰ ਕੋਰ ਦੇ ਨਾਲ ਜਲਦ ਹੀ ਇੱਕ ਸੁਰੱਖਿਅਤ ਜਗ੍ਹਾ ਉੱਤੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਰਾਸਤੇ ਵਿੱਚ ਹੀ ਕੁਝ ਸੈਨਿਕ ਮਾਰੇ ਗਏ। ਜ਼ੈਂਗ ਜ਼ਮੀਨ ਉੱਤੇ ਅਲੱਗ ਤੋਂ ਡਿੱਗਿਆ ਹੋਇਆ ਸੀ। ਉਹਨੂੰ ਅਹਿਸਾਸ ਹੋਇਆ ਕਿ ਉਸਦੀ ਆਕਸੀਜਨ ਖਤਮ ਹੋ ਰਹੀ ਹੈ, ਇਸ ਲਈ ਉਹ ਆਪਣਾ ਹੈਲਮਟ ਉਤਾਰ ਦਿੰਦਾ ਹੈ, ਪਰ ਠੰਡ ਦੀ ਵਜ੍ਹਾ ਨਾਲ ਉਸਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਕਿਊਈ ਨੇ ਆਪਣੇ ਦਾਦਾ ਜੀ ਦੀ ਮੌਤ ਦਾ ਜ਼ਿੰਮੇਵਾਰ ਵੈਂਗ ਲੀ ਨੂੰ ਠਹਿਰਾਇਆ। ਗੁੱਸੇ ਵਿੱਚ ਉਸਨੇ ਕੈਪਟਨ ਉੱਤੇ ਹਮਲਾ ਕਰ ਦਿੱਤਾ, ਪਰ ਕਿਊਈ ਜਲਦ ਹੀ ਹਾਰ ਗਿਆ। ਉਹਨੇ ਠਾਣ ਲਿੱਤਾ ਸੀ ਕਿ ਹੁਣ ਇਸ ਮਿਸ਼ਨ ਉੱਤੇ ਉਹ ਉਹਨਾਂ ਦਾ ਹੋਰ ਸਾਥ ਨਹੀਂ ਦੇਵੇਗਾ। ਇਸ ਲਈ ਹੁਣ ਸੈਨਿਕਾਂ ਦੀ ਟੀਮ ਖੁਦ ਹੀ ਲਾਈਟਰ ਕੋਰ ਲੈ ਕੇ ਅਰਥ ਇੰਜਨ ਦੇ ਵੱਲ ਵਧਣ ਲੱਗ ਪਏ ਤੇ ਲਿਊਈ ਆਪਣੀ ਭੈਣ ਹਾਨ ਤੇ ਟਿਮ ਦੇ ਨਾਲ ਵਾਪਸ ਆਪਣੇ ਘਰ ਦੀ ਵੱਲ ਚੱਲ ਪਿਆ। ਉਧਰ ਸਪੇਸ ਸਟੇਸ਼ਨ ਵਿੱਚ ਲਿਊਈ ਨੂੰ ਮੋਸ ਦੇ ਕੋਲੋਂ ਪਤਾ ਚੱਲਿਆ ਕਿ ਉਸਦਾ ਪਰਿਵਾਰ ਗੁੰਮ ਹੋ ਚੁੱਕਿਆ ਹੈ ਤੇ ਧਰਤੀ ਉੱਤੇ ਤਬਾਹੀ ਵੱਧਦੀ ਜਾ ਰਹੀ ਹੈ ਤੇ ਉਸ ਸੁਪਰ ਕੰਪਿਊਟਰ ਮੋਸ ਨੇ ਕਿਹਾ ਕਿ ਹੁਣ ਧਰਤੀ ਨੂੰ ਬਚਾਉਣਾ ਨਾਮੁਮਕਿਨ ਹੈ ਤੇ ਹੁਣ ਉਹ ਧਰਤੀ ਦੇ ਉੱਤੇ ਵਾਪਸ ਨਹੀਂ ਜਾ ਰਹੇ। ਹੁਣ ਤੋਂ ਉਹਨਾਂ ਦਾ ਇੱਕ ਨਵਾਂ ਮਿਸ਼ਨ ਸ਼ੁਰੂ ਹੋਵੇਗਾ, ਜਿਸ ਵਿੱਚ ਧਰਤੀ ਦੇ ਰਾਸਤੇ ਨੂੰ ਛੱਡ ਕੇ ਸਪੇਸ ਸਟੇਸ਼ਨ ਖੁਦ ਹੀ ਨਵੇਂ ਸੋਲਰ ਸਿਸਟਮ ਦੇ ਵੱਲ ਨੂੰ ਜਾਵੇਗਾ ਤੇ ਉੱਥੇ ਇੱਕ ਨਵੇਂ ਗ੍ਰਹਿ ਉੱਤੇ ਜ਼ਿੰਦਗੀ ਦੀ ਸ਼ੁਰੂਆਤ ਕਰੇਗਾ। ਉੱਥੇ ਕੁਝ ਇਨਸਾਨ, ਫਸਲਾਂ ਤੇ ਕੁਝ ਨਵੀਆਂ ਚੀਜ਼ਾਂ ਭੇਜੀਆਂ ਜਾਣਗੀਆਂ, ਜਿਸ ਨਾਲ ਇਨਸਾਨੀ ਜੀਵਨ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ। ਇਹ ਸੁਣ ਕੇ ਲਿਊ ਬਹੁਤ ਹੀ ਗੁੱਸੇ ਨਾਲ ਭਰ ਗਿਆ। ਉਹ ਪ੍ਰਿਥਵੀ ਨੂੰ ਇਦਾਂ ਹੀ ਤਬਾਹ ਨਹੀਂ ਹੋਣ ਦੇਣਾ ਚਾਹੁੰਦਾ ਸੀ। ਉਹ ਹਾਈਬਰਨੇਸ਼ਨ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤੇ ਨਾਲ ਹੀ ਕੰਪਿਊਟਰ ਮੋਸ ਨੇ ਬਾਕੀ ਸਾਰਿਆਂ ਨੂੰ ਵੀ ਜਗਾ ਦਿੱਤਾ, ਪਰ ਉਸਦਾ ਰਸ਼ੀਅਨ ਟੀਮਮੇਟ ਮਾਰਕ ਉਸਦਾ ਸਾਥ ਦੇਣ ਦਾ ਫੈਸਲਾ ਕਰਦਾ ਹੈ। ਉਹਨਾਂ ਨੇ ਸਪੇਸ ਸਟੇਸ਼ਨ ਦਾ ਇੱਕ ਦਰਵਾਜ਼ਾ ਖੋਲ੍ਹਿਆ ਤੇ ਉਹ ਸਪੇਸ ਵਿੱਚ ਉੱਡਣ ਲੱਗ ਪਏ। ਆਪਣੇ ਦੋਸਤ ਨੂੰ ਕੰਟਰੋਲ ਸੈਂਟਰ ਤੇ ਪਹੁੰਚਾਉਣ ਦੇ ਲਈ ਮਾਰਕਰੋਵ ਨੇ ਆਪਣੀ ਜਾਨ ਦੀ ਬਾਜੀ ਲਗਾਤੀ ਤੇ ਉਸਦੀ ਵਜ੍ਹਾ ਦੇ ਨਾਲ ਹੀ ਲਿਊਈ ਕੰਟਰੋਲ ਸੈਂਟਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਉਧਰ ਕਿਊਈ ਤੇ ਉਸਦੇ ਸਾਥੀਆਂ ਨੂੰ ਧਰਤੀ ਉੱਤੇ ਪਲੇਨ ਦਾ ਇੱਕ ਟੁੱਟਿਆ ਹੋਇਆ ਮਲਬਾ ਮਿਲਿਆ। ਉਸ ਪਲੇਨ ਵਿੱਚ ਇੱਕ ਹੀ ਆਦਮੀ ਬਚਿਆ ਸੀ, ਲੀ ਜੀ। ਉਹ ਇੱਕ ਬਹੁਤ ਵੱਡਾ ਸਾਇੰਟਿਸਟ ਸੀ। ਉਸਨੇ ਦੱਸਿਆ ਕਿ ਯੂਪੀਟਰ ਪ੍ਰਿਥਵੀ ਨੂੰ ਆਪਣੀ ਤਰਫ ਖਿੱਚ ਰਿਹਾ ਹੈ, ਜਿਸ ਦੇ ਕਾਰਨ ਹਵਾਈ ਜਹਾਜ਼ਾਂ ਦਾ ਉੱਡਣਾ ਵੀ ਹੁਣ ਨਾਮੁਮਕਿਨ ਹੈ। ਲੀ ਨੇ ਉਹਨਾਂ ਨੂੰ ਦੱਸਿਆ ਕਿ ਪ੍ਰਿਥਵੀ ਨੂੰ ਤਬਾਹੀ ਤੋਂ ਬਚਾਉਣ ਦਾ ਹੁਣ ਇੱਕ ਹੀ ਰਸਤਾ ਹੈ। ਉਸ ਦੇ ਲਈ ਉਹਨਾਂ ਨੂੰ ਧਰਤੀ ਦੇ ਵਿੱਚ ਘਰ ਰੱਖੇ ਹੋਏ ਸਭ ਤੋਂ ਵੱਡੇ ਅਰਥ ਇੰਜਨ ਦੇ ਕੋਲ ਪਹੁੰਚਣਾ ਪਵੇਗਾ। ਉੱਪਰ ਸਪੇਸ ਸਟੇਸ਼ਨ ਵਿੱਚ ਲਿਊਈ ਨੇ ਕੰਟਰੋਲ ਸੈਂਟਰ ਵਿੱਚ ਜਾ ਕੇ ਉਸਨੇ ਮੋਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ ਨੇ ਦੱਸਿਆ ਕਿ ਉਹ ਸਿਰਫ ਯੂਨਾਈਟਿਡ ਅਰਥ ਗਵਰਨਮੈਂਟ ਦੇ ਹੀ ਆਰਡਰ ਮੰਨਦਾ ਹੈ। ਦੂਸਰੀ ਤਰਫ ਚਾਈਨੀਜ਼ ਸੈਨਿਕਾਂ ਦੀ ਟੀਮ ਨੇ ਆਪਣੀ ਮੰਜ਼ਿਲ ਉੱਤੇ ਪਹੁੰਚ ਕੇ ਦੇਖਿਆ ਕਿ ਪੂਰਾ ਸ਼ਹਿਰ ਲਾਵਾ ਵਿੱਚ ਪਿਘਲ ਕੇ ਰਾਖ ਹੋ ਚੁੱਕਿਆ ਸੀ। ਉੱਥੋਂ ਦੇ ਅਰਥ ਇੰਜਨ ਨੂੰ ਬਚਾਉਣਾ ਹੁਣ ਨਾਮੁਮਕਿਨ ਸੀ। ਕੁਝ ਦੇਰ ਬਾਅਦ ਇੱਕ ਹੋਰ ਸੈਨਿਕ ਦੀ ਮੌਤ ਹੋ ਗਈ। ਹੌਲੀ-ਹੌਲੀ ਸਭ ਦੀ ਹਿੰਮਤ ਟੁੱਟਣ ਲੱਗ ਪਈ। ਗੁੱਸੇ ਵਿੱਚ ਇੱਕ ਫੌਜੀ ਨੇ ਲਾਈਟਰ ਕੋਰ ਉੱਤੇ ਹੀ ਗੋਲੀਆਂ ਚਲਾ ਕੇ ਉਸ ਨੂੰ ਤੋੜ ਦਿੱਤਾ, ਪਰ ਨਾਲ ਹੀ ਕਿਊਈ ਉੱਥੇ ਆਪਣੇ ਸਾਥੀਆਂ ਦੇ ਨਾਲ ਪਹੁੰਚ ਗਿਆ। ਉਸਨੇ ਸੈਨਿਕਾਂ ਨੂੰ ਸਭ ਤੋਂ ਵੱਡੇ ਅਰਥ ਇੰਜਨ ਬਾਰੇ ਦੱਸਿਆ। ਕੈਪਟਨ ਵੈਂਗ ਲੀ ਨੂੰ ਉਸਦਾ ਇਹ ਆਈਡੀਆ ਪਸੰਦ ਆਇਆ ਤੇ ਹੁਣ ਉਹ ਪ੍ਰਿਥਵੀ ਦੇ ਵਿੱਚੋਂ ਵਿੱਚ ਰੱਖੇ ਸਭ ਤੋਂ ਵੱਡੇ ਅਰਥ ਇੰਜਨ ਦੇ ਵੱਲ ਵੱਧ ਪਏ। ਉੱਥੇ ਪਹੁੰਚ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਬਾਕੀ ਟੀਮਸ ਨੇ ਪਹਿਲੇ ਹੀ ਇਸ ਇੰਜਨ ਨੂੰ ਠੀਕ ਕਰ ਦਿੱਤਾ ਹੈ, ਪਰ ਸਾਰੇ ਇੰਜਨਸ ਦੀ ਤਾਕਤ ਨੂੰ ਮਿਲਾ ਕੇ ਵੀ ਪ੍ਰਿਥਵੀ ਨੂੰ ਯੂਪੀਟਰ ਨਾਲ ਟਕਰਾਉਣ ਤੋਂ ਬਚਾਉਣ ਲਈ ਮੁਸ਼ਕਿਲ ਹੋ ਰਹੀ ਸੀ। ਉੱਪਰ ਸਪੇਸ ਸਟੇਸ਼ਨ ਵਿੱਚ ਸੁਪਰ ਕੰਪਿਊਟਰ ਮੋਸ ਨੇ ਲਿਊ ਨੂੰ ਦੱਸਿਆ ਕਿ ਹੁਣ ਕਿਸੇ ਵੀ ਤਰੀਕੇ ਨਾਲ ਧਰਤੀ ਨੂੰ ਤਬਾਹ ਹੋਣ ਤੋਂ ਨਹੀਂ ਬਚਾਇਆ ਜਾ ਸਕਦਾ। ਮੋਸ ਨੇ ਧਰਤੀ ਉੱਤੇ ਮੈਸੇਜ ਭੇਜ ਦਿੱਤਾ ਕਿ ਪੂਰੇ 7 ਦਿਨਾਂ ਵਿੱਚ ਧਰਤੀ ਯੂਪੀਟਰ ਨਾਲ ਟਕਰਾ ਕੇ ਤਬਾਹ ਹੋ ਜਾਵੇਗੀ। ਇਹ ਖਬਰ ਸੁਣ ਕੇ ਕਿਊ ਖੁਦ ਨੂੰ ਸੰਭਾਲ ਨਹੀਂ ਪਾਇਆ। ਉਸਨੇ ਦੱਸਿਆ ਕਿ ਅਸਲ ਵਿੱਚ ਸਾਡੇ ਕੋਲ ਸਿਰਫ ਇੱਕ ਹੀ ਦਿਨ ਬਚਿਆ ਹੈ, ਕਿਉਂਕਿ ਯੂਪੀਟਰ ਬਹੁਤ ਤੇਜ਼ੀ ਨਾਲ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਜਦੋਂ ਉਹ ਆਸਮਾਨ ਵਿੱਚ ਯੂਪੀਟਰ ਨੂੰ ਕੋਲ ਆਉਂਦੇ ਹੋਏ ਦੇਖ ਰਿਹਾ ਸੀ ਤੇ ਅਚਾਨਕ ਹੀ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਯੂਪੀਟਰ ਪ੍ਰਿਥਵੀ ਵਿੱਚੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਖਿੱਚ ਰਿਹਾ ਸੀ। ਜੇਕਰ ਉੱਥੇ ਅੱਗ ਲਗਾ ਦਿੱਤੀ ਜਾਵੇ ਤੇ ਜ਼ਬਰਦਸਤ ਵਿਸਫੋਟ ਹੋਵੇਗਾ, ਕਿਉਂਕਿ ਆਕਸੀਜਨ ਵਿੱਚ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸੇ ਧਮਾਕੇ ਦੇ ਅਸਰ ਦੇ ਨਾਲ ਪ੍ਰਿਥਵੀ ਨੂੰ ਬਹੁਤ ਜ਼ੋਰਦਾਰ ਝਟਕਾ ਲੱਗੇਗਾ ਤੇ ਸਾਡਾ ਗ੍ਰਹਿ ਯੂਪੀਟਰ ਤੋਂ ਦੂਰ ਹੋ ਜਾਵੇਗਾ। ਲੂਈ ਨੇ ਆਪਣਾ ਪਲਾਨ ਜਲਦੀ ਯੀ ਨੂੰ ਦੱਸਿਆ ਤੇ ਜਲਦ ਹੀ ਦੋਨਾਂ ਨੇ ਮਿਲ ਕੇ ਸਭ ਤੋਂ ਵੱਡੇ ਇੰਜਨ ਨੂੰ ਹੈਕ ਕਰ ਲਿੱਤਾ। ਉਸ ਇੰਜਨ ਦੀ ਤਾਕਤ ਨਾਲ ਯੂਪੀਟਰ ਦੇ ਕੋਲ ਅੱਗ ਪਹੁੰਚਾਈ ਜਾ ਸਕਦੀ ਸੀ। ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਇੰਜਨ ਨੂੰ ਪ੍ਰੋਗਰਾਮ ਕੀਤਾ, ਪਰ ਅਖੀਰ ਵਿੱਚ ਅੱਗ ਜਲਾਉਣ ਦੇ ਲਈ ਉਹ ਫਾਇਰਿੰਗ ਪਿਨ ਨੂੰ ਧੱਕਾ ਨਹੀਂ ਦੇ ਪਾਏ। ਮਦਦ ਦੇ ਲਈ ਕੈਪਟਨ ਵੈਂਗ ਲੀ ਨੇ ਕੋਲ ਦੇ ਹੀ ਕੁਝ ਵਰਕਰਸ ਨੂੰ ਬੁਲਾਇਆ, ਪਰ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਤੇ ਨਾਲ ਹੀ ਕਿਊਈ ਦੀ ਭੈਣ ਹਾਨ ਨੇ ਸਪੇਸ ਸਟੇਸ਼ਨ ਵਿੱਚ ਐਮਰਜੈਂਸੀ ਕਾਲ ਲਗਾ ਕੇ ਆਪਣੇ ਪਿਤਾ ਕੋਲੋਂ ਮਦਦ ਮੰਗੀ ਤੇ ਉਸ ਨੂੰ ਪੂਰਾ ਪਲਾਨ ਸਮਝਾਇਆ। ਪਰ ਮੋਸ ਨੇ ਦੱਸਿਆ ਕਿ ਬਾਕੀ ਸਾਇੰਟਿਸਟ ਦੇ ਕੋਲ ਵੀ ਪਹਿਲੇ ਤੋਂ ਹੀ ਇਹ ਆਈਡੀਆ ਸੀ ਤੇ ਇਸ ਦੇ ਕਾਮਯਾਬ ਹੋਣ ਦਾ ਕੋਈ ਵੀ ਚਾਂਸ ਨਹੀਂ ਹੈ। ਫਿਰ ਵੀ ਲੂਈ ਨੇ ਯੂਈ ਜੀ ਤੋਂ ਪਰਮਿਸ਼ਨ ਮੰਗੀ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਆਖਿਰਕਾਰ ਹਾਨ ਨੇ ਬਚੇ ਹੋਏ ਰੈਸਕਿਊਅਰਸ ਨੂੰ ਇਮੋਸ਼ਨਲ ਸਪੀਚ ਦਿੰਦੇ ਹੋਏ ਕਿਹਾ ਕਿ ਉਹ ਸਭ ਮਿਲ ਕੇ ਹੀ ਇਨਸਾਨੀਅਤ ਨੂੰ ਤਬਾਹੀ ਤੋਂ ਬਚਾ ਸਕਦੇ ਨੇ, ਜਿਸ ਨੂੰ ਸੁਣ ਕੇ ਦੁਨੀਆ ਭਰ ਦੇ ਲੋਕਾਂ ਦੇ ਦਿਲ ਭਰ ਆਏ ਤੇ ਕੁਝ ਹੀ ਪਲ ਵਿੱਚ ਹਜ਼ਾਰਾਂ ਰੈਸਕਿਊਅਰਸ ਉੱਥੇ ਪਹੁੰਚ ਗਏ ਤੇ ਫਾਇਰਿੰਗ ਪਿਨ ਨੂੰ ਧੱਕਾ ਲਗਾਉਣਾ ਸ਼ੁਰੂ ਕਰ ਦਿੱਤਾ। ਆਖਿਰਕਾਰ ਕਾਮਯਾਬੀ ਕਿਊਈ ਦੇ ਹੱਥ ਲੱਗੀ ਤੇ ਹੁਣ ਪ੍ਰੋਗਰਾਮ ਲਾਂਚ ਕਰਨ ਦੇ ਲਈ ਸਭ ਕੁਝ ਤਿਆਰ ਸੀ। ਯੀ ਜੀ ਇੱਕ ਪੱਥਰ ਗਿਰਨ ਦੇ ਕਾਰਨ ਕਾਫੀ ਜ਼ਖਮੀ ਹੋ ਚੁੱਕਿਆ ਸੀ, ਪਰ ਫਿਰ ਵੀ ਉਸਨੇ ਜ਼ੋਰ ਲਗਾ ਕੇ ਸਹੀ ਤਾਰ ਜੋੜ ਦਿੱਤੀ ਤੇ ਪ੍ਰੋਗਰਾਮ ਲੋਡ ਹੋ ਗਿਆ।
ਗਿਆ। ਇੰਜਨ ਨੇ ਅੱਗ ਲਗਾਉਣ ਦੇ ਲਈ ਇੱਕ ਜ਼ਬਰਦਸਤ ਪਲਾਜ਼ਮਾ ਬੀਮ ਜੁਪੀਟਰ ਦੇ ਵੱਲ ਲੋਡ ਕਰ ਦਿੱਤੀ, ਪਰ ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਅੱਗ ਲਗਾਉਣ ਦੇ ਏਰੀਏ ਤੋਂ 5000 ਕਿਲੋਮੀਟਰ ਦੂਰ ਹੀ ਰਹਿ ਗਈ। ਲਿਊਈ ਵੀ ਇਹ ਸਭ ਦੇਖ ਰਿਹਾ ਸੀ ਤੇ ਉਹਨੂੰ ਅਚਾਨਕ ਯਾਦ ਆਇਆ ਕਿ ਸਪੇਸ ਸਟੇਸ਼ਨ ਵਿੱਚ ਹੁਣ ਵੀ 30000 ਟਨ ਫਿਊਲ ਹੈ, ਜਿਸ ਦੇ ਨਾਲ 5000 ਕਿਲੋਮੀਟਰ ਦੀ ਅੱਗ ਤਾਂ ਪੈਦਾ ਹੋ ਹੀ ਜਾਏਗੀ। ਪਰ ਇਹ ਪਲਾਨ ਸੁਣਦੇ ਹੀ ਮੌਸ ਨੇ ਪੂਰਾ ਸਿਸਟਮ ਹੀ ਬੰਦ ਕਰ ਦਿੱਤਾ। ਗੁੱਸੇ ਵਿੱਚ ਲਿਊਈ ਨੇ ਮੇਨ ਕੰਪਿਊਟਰ ਨੂੰ ਜਲਾ ਦਿੱਤਾ ਤੇ ਖੁਦ ਸਪੇਸ ਸਟੇਸ਼ਨ ਨੂੰ ਯੂਪੀਟਰ ਦੇ ਵੱਲ ਮੋੜ ਦਿੱਤਾ। ਕੁਝ ਹੀ ਪਲਾਂ ਵਿੱਚ ਸਪੇਸ ਸਟੇਸ਼ਨ ਯੂਪੀਟਰ ਦੇ ਵੱਲ ਜਾ ਟਕਰਾਇਆ ਤੇ ਇੱਕ ਜ਼ਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਨੇ ਪ੍ਰਿਥਵੀ ਨੂੰ ਦੂਰ ਤੇ ਧਕੇਲ ਦਿੱਤਾ, ਪਰ ਇਸੇ ਚੱਕਰ ਵਿੱਚ ਪੂਰੀ ਧਰਤੀ ਉੱਤੇ ਬਰਬਾਦੀ ਸ਼ੁਰੂ ਹੋ ਗਈ। ਜ਼ਮੀਨ ਤੜ-ਤੜਾ ਕੇ ਫਟਣ ਲੱਗੀ ਤੇ ਸਾਰਾ ਕੁਝ ਹਵਾ ਵਿੱਚ ਉੱਡ ਰਿਹਾ ਸੀ। ਟਿਮ ਨੇ ਇੱਕ ਪਾਈਪ ਦਾ ਸਹਾਰਾ ਲੈ ਕੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ, ਪਰ ਕਿਊਈ ਆਪਣੀ ਡਿੱਗਦੀ ਹੋਈ ਭੈਣ ਨੂੰ ਬਚਾਉਣ ਦੇ ਲਈ ਕੁੱਦ ਪਿਆ। ਉਸਨੇ ਹੀਰੋ ਵਾਂਗੂ ਉਸਨੂੰ ਹਵਾ ਵਿੱਚ ਫੜ ਲਿਆ ਤੇ ਇੱਕ ਬਬਲ ਕੈਪਸੂਲ ਦੇ ਜ਼ਰੀਏ ਉਹ ਦੋਨੋਂ ਬਚ ਗਏ। ਹਾਲਾਂਕਿ ਡਿੱਗ ਕੇ ਕਿਊਈ ਦਾ ਹੈਲਮਟ ਟੁੱਟ ਗਿਆ, ਪਰ ਉਸਨੇ ਅੱਖਾਂ ਬੰਦ ਕਰਨ ਤੋਂ ਪਹਿਲੇ ਦੇਖਿਆ ਕਿ ਧਰਤੀ ਇਸ ਤਬਾਹੀ ਤੋਂ ਬਚ ਚੁੱਕੀ ਸੀ। ਤੇ 3 ਸਾਲਾਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਊਈ ਇੱਕ ਟਰੱਕ ਡਰਾਈਵਰ ਬਣ ਚੁੱਕਿਆ ਹੈ ਤੇ ਸਾਰੇ ਅਰਥ ਇੰਜਨਸ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਪ੍ਰਿਥਵੀ ਆਪਣੇ ਨਵੇਂ ਸੋਲਰ ਸਿਸਟਮ ਦੇ ਵੱਲ ਵੱਧ ਰਹੀ ਹੈ, ਜਿੱਥੇ ਜਾ ਕੇ ਇੱਕ ਵਾਰ ਫਿਰ ਤੋਂ ਇੱਕ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਹੋਵੇਗੀ। ਅਗਰ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਕਿਸੇ ਨਵੇਂ ਗ੍ਰਹਿ ਤੇ ਜਾ ਕੇ ਵਸਣਾ ਚਾਹੋਗੇ? ਕਮੈਂਟਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਧੰਨਵਾਦ।